हर एक कुड़ी यही कहती है कि मैनू पीसीओडी की प्रॉब्लम है, मैनू पीसीओएस की प्रॉब्लम है। पीसीओडी की है तो पीसीओएस की है। पीसीओडी एक वक्री एंटिटी है, पीसीओएस वक्री एंटिटी है। ये ਤੁਹਾਨੂੰ ਕਿਦਾਂ ਪਤਾ ਲੱਗੇਗਾ that you are suffering from PCOD? ਇਸ ਨੂੰ ਅਕੈਂਥੋਸਿਸ ਨਾਈਗ੍ਰਿਕਨਸ ਵੀ ਕਹਿੰਦੇ ਆ। ਕਿਉਂ ਇਹ ਪ੍ਰੋਬਲਮਸ ਅੱਜ ਦੇ ਜ਼ਮਾਨੇ ਦੇ ਵਿੱਚ ਇੰਨੀਆਂ ਵੱਧ ਰਹੀਆਂ ਨੇ? ਇਸ ਮੰਥ ਮੈਨੂੰ ਪੀਰੀਅਡਸ 14 ਨੂੰ ਆ ਰਹੇ ਨੇ ਤੇ ਅਗਲੇ ਮੰਥ ਮੇਰੇ ਜਿਹੜੇ ਪੀਰੀਅਡਸ ਨੇ 14 ਨੂੰ ਨਹੀਂ ਆਏ। It has to be 25 every month, not the date. When you are trying to get pregnant, जब तुसी pregnancy वास्ते try करदे हो, then it becomes a problem. PCOS ਦੀ ਜਿਨ੍ਹਾਂ ਨੂੰ ਪ੍ਰੋਬਲਮ ਹੁੰਦੀ ਹੈ ਉਹਨਾਂ ਨੂੰ ਕਨਸੀਵ ਕਰਨ ਦੇ ਟਾਈਮ ਕਿੰਨੀ ਕੁ ਪ੍ਰੋਬਲਮ ਆਉਂਦੀ ਹੈ? ਕਿਹੜਾ ਟਾਈਮ ਅਜਿਹਾ ਹੁੰਦਾ ਹੈ ਕਿ ਜਦੋਂ ਸਾਨੂੰ ਜਾ ਕੇ ਗੱਲ ਕਰਨ ਦੀ ਜ਼ਰੂਰਤ ਹੈ? There are two types of PCOD. One is the thin PCOD and one is the obese PCOD. ਪ੍ਰੋਬਲਮਸ ਨੂੰ ਲੈ ਕੇ ਗੱਲ ਕਰ ਲਿਆ, ਬਟ ਅਸੀਂ ਇਹਨੂੰ ਕਿਉਰ ਕਿਵੇਂ ਕਰ ਸਕਦੇ ਹਾਂ? ਸਾਡੇ ਮਦਰਸ ਦੇ ਵੱਲੋਂ ਕਿਹਾ ਜਾਂਦਾ ਤੁਹਾਨੂੰ ਪੀਰੀਅਡਸ ਆਇਆ ਤਾਂ ਤੁਸੀਂ ਅਚਾਰ ਨਹੀਂ ਖਾਣਾ, ਤੁਸੀਂ ਦਹੀਂ ਨਹੀਂ ਖਾਣਾ, ਤੁਸੀਂ ਲੱਸੀ ਨਹੀਂ ਪੀਣੀ। ਅਸੀਂ ਸਿਰਫ ਪੀਰੀਅਡ ਨੂੰ ਦੇਖਦੇ ਹਾਂ ਜਾਂ ਸੋਸਾਇਟੀ ਸਿਰਫ ਦੇਖਦੀ ਹੈ ਕਿ ਕੁੜੀ ਨੂੰ ਪੀਰੀਅਡ ਆਇਆ। ਦੇ ਡੋਂਟ ਸੀ ਦ ਚੇਂਜਸ ਵਿਚ ਹੈਪਨ ਇਨ ਦ ਫੀਮੇਲਸ ਬੋਡੀ। ਇਫ ਵੀ ਜਸਟ ਡੋਂਟ ਡਿਸਕਸ PCOD, ਵੀ ਹੈਵ ਅ ਲੋਟ ਆਫ ਪੀਪਲ ਜਿਨ੍ਹਾਂ ਨੂੰ ਪੇਨ ਵੀ ਬਹੁਤ ਹੁੰਦਾ ਹੈ। ਚੌਕਲੇਟਸ, ਕਾਫੀ ਸਾਰੀ ਗਰਲਸ ਨੇ ਜਿਹੜੀਆਂ ਚੌਕਲੇਟਸ ਖਾਂਦੀਆਂ ਨੇ ਵੀ ਮੈਨੂੰ ਬਹੁਤ ਜ਼ਿਆਦਾ ਹਾਈ ਪੇਨ ਆ। ਕਈ ਲੋਕ ਡਾਰਕ ਚਾਕਲੇਟ ਖਾਣਾ ਪਸੰਦ ਕਰਦੇ ਨੇ, ਬਟ ਬਹੁਤ ਜ਼ਿਆਦਾ ਐਕਸਟ੍ਰੀਮ ਪੇਨ ਹੁੰਦਾ ਹੈ। ਉਹਦਾ ਕੀ ਰੀਜ਼ਨ ਹੁੰਦਾ ਹੈ? ਉਹਨਾਂ ਨੂੰ ਇੰਨਾ ਜ਼ਿਆਦਾ ਪੇਨ ਕਿਉਂ ਹੁੰਦਾ? ਹੋ ਸਕਦਾ ਸਟਾਰਟਿੰਗ ਵਿੱਚ ਪੇਨ ਨਾ ਹੋਏ ਲੇਕਿਨ ਅੱਗੇ ਚੱਲ ਕੇ ਹੋਏ। ਲੇਕਿਨ ਇਹ ਚੀਜ਼ ਸਮਝਣਾ ਜ਼ਰੂਰੀ ਹੈ ਕਿ ਪੇਨ ਨੂੰ ਸਹਿਨ ਕਰਨਾ ਜ਼ਰੂਰੀ ਨਹੀਂ ਹੈ। ਕਿਹਾ ਜਾਂਦਾ ਹੈ ਕਿ ਮੈਡੀਸਿਨ ਸਾਨੂੰ ਨਹੀਂ ਲੈਣੀ ਚਾਹੀਦੀ ਕਿਉਂਕਿ ਐਟ ਦ ਟਾਈਮ ਆਫ ਡਿਲੀਵਰੀ ਜਦੋਂ ਅਸੀਂ ਕਨਸੀਵ ਕਰਾਂਗੇ ਉਸ ਟਾਈਮ ਦੇ ਉੱਤੇ ਮੈਡੀਸਿਨ ਸਾਡੀ ਬੋਡੀ ਨੂੰ ਇਫੈਕਟ ਕਰ ਰਹੀ ਆ। Nobody is going to give you a trophy for accepting and tolerating that pain. ਜਿਹੜੇ ਲੇਡੀਜ਼ PCOD PCOS ਨੂੰ ਬਹੁਤ ਲਾਈਟਲੀ ਲੈਂਦੀਆਂ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ? PCOD ਤੇ PCOS ਅੱਜਕੱਲ ਜਿਹੜੀ ਵੀ ਦੂਜੀ ਤੀਜੀ ਕੁੜੀ ਦੇ ਨਾਲ ਜੇਕਰ ਅਸੀਂ ਗੱਲ ਕਰੀਏ ਤਾਂ ਹਰ ਇੱਕ ਕੁੜੀ ਇਹੀ ਕਹਿੰਦੀ ਹੈ ਕਿ ਮੈਨੂੰ PCOD ਦੀ ਪ੍ਰੋਬਲਮ ਹੈ, ਮੈਨੂੰ PCOS ਦੀ ਪ੍ਰੋਬਲਮ ਹੈ। ਪਰ ਕਈ ਕੁੜੀਆਂ ਇਹ ਗੱਲ ਕਰਨ ਦੇ ਵਿੱਚ ਝਿਜਕਦੀਆਂ ਨੇ ਤਾਂ ਅੱਜ ਉਹਨਾਂ ਸਾਰੀ ਕੁੜੀਆਂ ਦੇ ਸਵਾਲ ਲੈ ਕੇ ਮੈਂ ਪਹੁੰਚੀ ਹਾਂ ਡਾਕਟਰ ਬਲਵੀਨ ਕੌਰ ਗਈ ਦੇ ਕੋਲ। ਇਹ ਸਾਡੇ ਉਹਨਾਂ ਸਵਾਲਾਂ ਦਾ ਜਵਾਬ ਦੇਣਗੇ ਤਾਂ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਤਾਂ ਮੈਮ ਸਵਾਗਤ ਹੈ ਤੁਹਾਡਾ ਔਨ 에ਅਰ ਤੇ। ਥੈਂਕ ਯੂ ਸੋ ਮਚ ਮੈਮ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਤੇ ਮੈਮ ਸਭ ਤੋਂ ਪਹਿਲਾਂ ਸਵਾਲ ਤੁਹਾਨੂੰ ਇਹੀ ਕਰਨਾ ਚਾਹਾਂਗੀ ਕਿ PCOD ਤੇ PCOS ਦੇ ਵਿੱਚ ਫਰਕ ਕੀ ਹੈ? ਕਿਉਂਕਿ ਅਸੀਂ ਕਾਫੀ ਜ਼ਿਆਦਾ ਕਨਫਿਊਜ਼ ਹੋ ਜਾਂਦੇ ਹਾਂ ਵੀ PCOD ਕੀ ਹੈ ਤੇ PCOS ਕੀ ਹੈ। ਬੇਸਿਕਲੀ PCOD ਇੱਕ ਵੱਖਰੀ ਐਂਟੀਟੀ ਹੈ, PCOS ਵੱਖਰੀ ਐਂਟੀਟੀ ਹੈ। PCOD ਬੇਸਿਕਲੀ ਜਿਹੜੀ ਅਸੀਂ ਗੱਲ ਕਰਦੇ ਹਾਂ, ਵਾਟ ਇਜ਼ ਇਟ? ਇਟ ਇਜ਼ ਕਿ ਕੁਝ ਅਫੈਕਸ਼ਨ ਹੁੰਦਾ ਹੈ ਤੁਹਾਡੇ ਰੀਪਰੋਡਕਟਿਵ ਸਿਸਟਮ ਵਿੱਚ, ਓਵਰੀਜ਼ ਦੇ ਅੰਦਰ ਹਾਰਮੋਨਲ ਇੰਬੈਲੈਂਸ ਹੁੰਦਾ ਹੈ ਜਿਹਦੇ ਕਰਕੇ ਓਵਰੀਜ਼ ਐਗਸ ਨਹੀਂ ਪ੍ਰੋਡਿਊਸ ਕਰ ਸਕਦੀਆਂ। ਇਹ ਤੁਹਾਨੂੰ ਕਿੱਦਾਂ ਪਤਾ ਲੱਗੇਗਾ that you are suffering from PCOD? ਤੁਹਾਡੇ ਪੀਰੀਅਡਸ ਇਰੈਗੂਲਰ ਹੋਣਗੇ, ਬਲੀਡਿੰਗ ਘੱਟ ਵੀ ਹੋ ਸਕਦੀ ਹੈ, ਵੱਧ ਵੀ ਹੋ ਸਕਦੀ ਹੈ। ਕਈ ਵਾਰੀ ਪੇਸ਼ੈਂਟਸ ਨੂੰ ਜਾਂ ਕੁੜੀਆਂ ਨੂੰ, ਲੈਟਸ ਟਾਕ ਅਬਾਊਟ ਗਰਲਸ, ਉਹਨਾਂ ਨੂੰ ਕੁਝ ਫੇਸ਼ੀਅਲ ਜਾਂ ਕੁਝ ਫਿਜ਼ੀਕਲ ਫੀਚਰਸ ਆਉਂਦੇ ਨੇ। ਫੋਰ ਐਗਜ਼ਾਮਪਲ ਮੇਲ ਪੈਟਰਨ ਆਫ ਹੇਅਰ ਗਰੋਥ, ਜਿੱਦਾਂ ਚਿੰਨ ਦੇ ਉੱਤੇ ਜਾਂ ਬੋਡੀ ਦੇ ਉੱਤੇ ਕੋਰਸ ਮੇਲ ਪੈਟਰਨ ਆਫ ਹੇਅਰ ਗਰੋਥ। ਦੂਜਾ, ਯੂ ਕੈਨ ਗੈਟ ਬਿਗ ਪਿੰਪਲਸ, ਤੁਹਾਨੂੰ ਪੱਕੇ ਹੋਏ ਦਾਣੇ ਆ ਸਕਦੇ ਨੇ ਫੇਸ 'ਤੇ, ਬੈਕ 'ਤੇ, ਇਹ ਸਭ ਹੋ ਸਕਦਾ ਹੈ। ਵੈਨ ਯੂ ਟਾਕ ਆਫ PCOS ਇਜ਼ ਜਦ ਤੁਹਾਡੀ ਪੂਰੀ ਬੋਡੀ ਅਫੈਕਟ ਹੋ ਸਕਦੀ ਹੈ। ਸਿਸਟਮਿਕ ਅਫੈਕਸ਼ਨ ਜਿਹੜਾ ਅਸੀਂ ਕਹਿੰਦੇ ਹਾਂ ਉਹਦੇ ਅੰਦਰ ਥੋੜ੍ਹਾ ਬਹੁਤ ਤੁਹਾਡਾ ਜਿਸ ਤਰ੍ਹਾਂ ਡਾਇਬਟੀਜ਼ ਲਾਈਕ ਫੀਚਰਸ ਆਉਂਦੇ ਨੇ। ਬਿਕੋਜ਼ PCOD ਦੇ ਅੰਦਰ ਬੇਸਿਕ ਜਿਹੜਾ ਮੈਕੈਨਿਜ਼ਮ ਹੈ ਡਿਫੈਕਟ ਦਾ, ਦੈਟ ਇਜ਼ ਇਨਸੂਲਿਨ ਰੈਜ਼ਿਸਟੈਂਸ। ਸੋ ਜਿਹੜੇ ਡਾਇਬਟਿਕ ਪੇਸ਼ੈਂਟਸ ਨੂੰ ਕੁਝ ਪ੍ਰੋਬਲਮਸ ਹੁੰਦੀਆਂ, ਤੁਹਾਡੇ ਸ਼ੂਗਰ ਲੈਵਲਸ ਵੱਧ ਘੱਟ ਹੋ ਸਕਦੇ ਨੇ। ਯੂ ਕੈਨ ਗੈਟ ਪਿਗਮੈਂਟੇਸ਼ਨ, ਪੈਚਸ ਆਉਂਦੇ ਨੇ, ਕਾਲੇ ਕਾਲੇ ਧੱਬੇ ਆ ਸਕਦੇ ਨੇ ਤੁਹਾਨੂੰ ਫੋਲਡਸ 'ਤੇ, ਨਹੀਂ ਫੇਸ 'ਤੇ ਨਹੀਂ, ਫੋਲਡਸ 'ਤੇ। ਫੋਰ ਐਗਜ਼ਾਮਪਲ ਬੈਕ ਆਫ ਦ ਨੈਕ, ਆਰਮਸ ਦੇ ਵਿੱਚ ਆ ਸਕਦੇ ਨੇ, ਥਾਈਜ਼ ਦੇ ਉੱਤੇ, ਫੋਲਡਸ ਦੇ ਉੱਤੇ ਤੁਹਾਨੂੰ ਬਲੈਕ ਕਲਰ ਪਿਗਮੈਂਟੇਸ਼ਨ ਹੋ ਸਕਦੀ ਹੈ। ਇਸ ਨੂੰ ਅਕੈਂਥੋਸਿਸ ਨਾਈਗ੍ਰਿਕਨਸ ਵੀ ਕਹਿੰਦੇ ਨੇ। ਸੋ ਵੈਨ ਦ ਸਿਸਟਮਿਕ ਅਫੈਕਸ਼ਨ ਇਜ਼ ਦੇਅਰ, ਇਟ ਇਜ਼ PCOS। ਇਹਦੀ ਇੰਪੋਰਟੈਂਸ ਇਹ ਹੈ ਦੈਟ PCOD ਕੈਨ ਆਲਵੇਜ਼ ਬਿਕਮ PCOS। ਜਿਨ੍ਹਾਂ ਕੁੜੀਆਂ ਨੂੰ PCOD ਹੁੰਦੀ ਹੈ ਜਾਂ ਸ਼ੂਗਰ ਜਾਂ ਇਨਸੂਲਿਨ ਰੈਜ਼ਿਸਟੈਂਸ ਡਾਕੂਮੈਂਟ ਕੀਤਾ ਜਾਂਦਾ ਹੈ, ਦੇ ਆਰ ਐਟ ਹਾਇਰ ਰਿਸਕ ਆਫ ਡਿਵੈਲਪਿੰਗ ਡਾਇਬਟੀਜ਼, ਹਾਰਟ ਡਿਜ਼ੀਜ਼ ਐਂਡ ਸੱਚ ਪ੍ਰੋਬਲਮਸ ਇਨ ਕੰਪੇਅਰ ਟੂ ਅਦਰ ਫੀਮੇਲਸ। ਤੇ ਮੈਮ ਜਦੋਂ ਅੱਜ ਅਸੀਂ ਗੱਲ ਕਰਦੇ ਹਾਂ ਨਾ PCOD ਦੀ,
ਕਿਸੇ ਉਸ ਬੰਦੇ ਦੇ ਨਾਲ ਜਿਵੇਂ ਕਿ ਸਾਡੇ ਦਾਦੀ ਨਾਨੀ ਹੋਣਾ ਦੇ ਨਾਲ ਜੇਕਰ ਅਸੀਂ ਗੱਲਬਾਤ ਕਰਦੇ ਹਾਂ ਤਾਂ ਉਹਨਾਂ ਨੂੰ ਇਹ ਚੀਜ਼ਾਂ ਸੁਣਨ ਦੇ ਵਿੱਚ ਬੜੀਆਂ ਅਜੀਬ ਲੱਗਦੀਆਂ ਨੇ ਕਿ ਇਹ ਕੀ, ਇਹ ਤਾਂ ਕੁਝ ਹੈ ਨਹੀਂ, ਕਿਉਂਕਿ ਸਾਡੇ ਟਾਈਮ ਦੇ ਵਿੱਚ ਇਹੋ ਜਿਹਾ ਕੁਝ ਨਹੀਂ ਹੁੰਦਾ ਸੀ। ਤੇ ਅੱਜ ਇਹ ਪ੍ਰੋਬਲਮਸ ਦਾ ਹੋਣਾ, ਕਿਉਂ ਇਹ ਪ੍ਰੋਬਲਮਸ ਅੱਜ ਦੇ ਜ਼ਮਾਨੇ ਦੇ ਵਿੱਚ ਇੰਨੀਆਂ ਵੱਧ ਰਹੀਆਂ ਨੇ? ਇਹ ਤੁਸੀਂ ਬੜਾ ਵਧੀਆ ਕੁਐਸਚਨ ਕੀਤਾ ਹੈ। ਤੁਸੀਂ ਅੱਜ ਵੀ ਜੇ ਕਿਸੇ ਦਾਦੀ ਨਾਨੀ ਦੇ ਨਾਲ ਆਪਣੀ ਫॉर ਐਗਜ਼ਾਮਪਲ ਆਪਣੀ ਹੈਲਥ ਕੰਪੇਅਰ ਕਰੋਗੇ, ਉਹ ਸਾਡੇ ਨਾਲੋਂ ਜ਼ਿਆਦਾ ਚੁਸਤ ਹਨ, ਉਹ ਬੈਠਦੇ ਨੇ ਤੇ ਸਾਡੇ ਨਾਲੋਂ ਜ਼ਿਆਦਾ ਸਿੱਧੇ ਬੈਠਦੇ ਨੇ। ਕਿਉਂ? ਉਹਨਾਂ ਨੇ ਉਹ ਸਾਰੀ ਤੁਸੀਂ ਕਹਿ ਲਓ ਸੁਵਿਧਾएं, ਪ੍ਰਿਵਿਲੇजेस ਦੇ ਹੈਵ ਨਾਟ ਫੇਸਡ ਵਾਟ ਵੀ ਫੇਸ। ਉਹਨਾਂ ਨੇ ਖੇਤਾਂ 'ਚ ਕੰਮ ਕੀਤਾ ਹੈ, ਉਹਨਾਂ ਨੇ ਬਹੁਤ ਸਾਰੇ ਪਸ਼ੂ ਰੱਖੇ, ਐਨੀਮਲਸ ਰੱਖੇ, ਉਹਨਾਂ ਦੀ ਸੇਵਾ ਕੀਤੀ। ਦੇ ਆਰ ਡੂਇੰਗ ਅ ਲੋਟ ਆਫ ਫਿਜ਼ੀਕਲ ਵਰਕ। ਅਸੀਂ ਇਹ ਕੁਛ ਨਹੀਂ ਕਰਦੇ। ਵੀ ਆਰ ਹੈਵਿੰਗ ਅ ਸੈਡੈਂਟਰੀ ਲਾਈਫ ਸਟਾਈਲ। ਸਵੇਰ ਤੋਂ ਸ਼ਾਮ ਤੱਕ ਜਾਂ ਤੇ ਵੀ ਆਰ ਵਰਕਿੰਗ ਇਨ ਫਰੰਟ ਆਫ ਅ PC ਔਰ ਵੀ ਹੈਵ ਅ ਲੋਟ ਆਫ ਪੀਪਲ ਅਰਾਊਂਡ ਅਸ ਟੂ ਡੂ ਦ ਨਾਰਮਲ ਵਰਕ ਆਲਸੋ। ਸੈਡੈਂਟਰੀ ਲਾਈਫ ਸਟਾਈਲ, ਡਾਇਟ, ਅੱਜ ਕੱਲ੍ਹ ਫਾਸਟ ਫੂਡ, ਬਿਕੋਜ਼ ਸਾਡੇ ਕੋਲ ਜ਼ਿਆਦਾ ਕੋਈ ਟਾਈਮ ਹੈ ਨਹੀਂ ਕਿ ਤੁਸੀਂ ਬੈਠ ਕੇ ਪੂਰੀ ਰੋਟੀ ਪਕਾਓ ਅਤੇ ਖਾਓ। ਔਨ ਦ ਗੋ ਅਸੀਂ ਜੋ ਵੀ ਪੈਕੇਜਡ ਫੂਡ ਮਿਲਦਾ ਹੈ ਕਈ ਵਾਰੀ ਤੇ ਉਹੀ ਖਾ ਲੈਂਦੇ ਹਾਂ। ਫॉर ਐਗਜ਼ਾਮਪਲ IT ਪ੍ਰੋਫੈਸ਼ਨਲਸ, ਦੇ ਹੈਵ ਅ ਵੈਰੀ ਕਾਮਨ ਪ੍ਰੋਬਲਮ this is a very common problem in IT professionals, more so ਜਿਨ੍ਹਾਂ ਦੀ ਨਾਈਟ ਸ਼ਿਫਟਸ ਹੁੰਦੀਆਂ। ਵਾਈ? ਬੋਡੀ ਦਾ ਪੂਰਾ ਇੱਕ ਸਾਈਕਲ ਹੁੰਦਾ ਹੈ, ਇੱਕ ਡਾਇਰਨਲ ਸਾਈਕਲ ਹੁੰਦਾ ਹੈ ਹਿਊਮਨ ਬੋਡੀ ਦਾ, ਕਿ ਕਿੰਨੇ ਵਜੇ ਉੱਠਣਾ ਹੈ, ਕਿੰਨੇ ਵਜੇ ਸੋਣਾ ਹੈ। ਯੋਰ ਹਾਰਮੋਨਸ ਆਰ ਗੋਇੰਗ ਟੂ ਫੰਕਸ਼ਨ ਇਨ ਅਕੋਰਡੈਂਸ ਟੂ ਦੈਟ। ਲੇਕਿਨ ਜਦ ਤੁਹਾਡਾ ਨਾਈਟ ਸਲੀਪ ਪੈਟਰਨ ਹੀ ਆਲਟਰ ਹੋ ਗਿਆ ਹੈ ਤੇ ਉਹ ਸਾਰਾ ਸਟ੍ਰੈਸ ਬੋਡੀ ਦੇ ਉੱਤੇ ਇੰਪਲੀਮੈਂਟ ਹੁੰਦਾ ਹੈ। ਸੋ ਮੋਸਟ ਇੰਪੋਰਟੈਂਟ ਲਾਈਫ ਸਟਾਈਲ, ਡਾਇਟ, ਐਕਸਰਸਾਈਜ਼ ਐਂਡ ਟੂ ਸਰਟਨ ਐਕਸਟੈਂਟ ਇਹਦੇ ਅੰਦਰ ਜੀਨਸ ਵੀ ਅਫੈਕਟ ਕਰਦੇ ਹਨ। ਸਮਟਾਈਮਸ ਇਟ ਰਨਸ ਇਨ ਫੈਮਲੀਜ਼ ਆਲਸੋ। ਇੱਕ ਹੋਰ ਬਹੁਤ ਹੀ ਕਾਮਨ ਕੁਐਸਚਨ ਹੈ ਕਿ ਜੇ ਇਸ ਮੰਥ ਮੈਨੂੰ ਪੀਰੀਅਡਸ 14 ਨੂੰ ਆ ਰਹੇ ਨੇ ਤੇ ਅਗਲੇ ਮੰਥ ਮੇਰੇ ਜਿਹੜੇ ਪੀਰੀਅਡਸ ਨੇ 14 ਨੂੰ ਨਹੀਂ ਆਏ, 25 ਉਹਦੀ ਡੇਟ ਹੋ ਰਹੀ ਹੈ, 26 ਹੋ ਰਹੀ ਹੈ ਜਾਂ ਬਹੁਤ ਹੀ ਅਰਲੀ ਹੈ, ਤੇ ਉਸ ਦੇ ਵਿੱਚ ਉਹ ਕਿੰਨਾ ਕੁ ਜਿਹੜਾ ਕਿ ਇਫੈਕਟ ਸਾਡੀ ਬਾਡੀ ਨੂੰ ਕਰ ਸਕਦਾ ਹੈ ਕਿ ਸਾਨੂੰ ਆਪਣੇ ਜਿਹੜੇ ਗਾਇਨੋਕੋਲੋਜਿਸਟ ਦੇ ਕੋਲ ਜਾ ਕੇ ਗੱਲ ਕਰਨੀ ਚਾਹੀਦੀ? ਜਿਹੜਾ ਅਸੀਂ ਟੈਕਸਟ ਬੁੱਕਸ ਵਿੱਚ ਪੜ੍ਹਦੇ ਹਾਂ, any period length between 21 to 40 days is normal, but even then I will say 21 is very short because hardly any gap of 15 days between your periods. So let us say 25 je assi kahiye, but it has to be 25 every month, not the date, interval between two periods. So your cycle can be 25 days cycle, your cycle can be 30 days, 35 days or 40 days. But je regularly us cycle te aa rahe hai, there's not much of a problem. हाँ, किसी month je 25 ਨੂੰ ਆਂਦਾ ਹੈ, किसी month 45 ਨੂੰ ਆਂਦਾ ਹੈ, then that is a problem. ਜੇ ਤੁਸੀਂ ਗਰਲਸ ਦੇ ਬਾਰੇ ਗੱਲ ਕਰੋ, even then it is not such a big problem. But when you are trying to get pregnant, ਜਦ ਤੁਸੀਂ pregnancy ਵਾਸਤੇ try ਕਰਦੇ ਹੋ, then it becomes a problem because ਤੁਹਾਡੀ cycle length ਦੇ ਉੱਤੇ ਤੁਹਾਡਾ fertile period depend ਕਰਦਾ ਹੈ। ਹਰ ਕਪਲ ਨੂੰ ਡਾਕਟਰ ਦੇ ਕੋਲ ਜਾਣ ਦੀ ਜ਼ਰੂਰਤ ਨਹੀਂ ਪੈਂਦੀ। ਕਿਉਂ? ਜੇ ਤੁਹਾਡੇ ਸਾਈਕਲਸ ਰੈਗੂਲਰ ਹਨ, ਸੋ ਯੂ ਡੋਂਟ ਈਵਨ ਨੋ ਕਿ ਤੁਸੀਂ ਕਦ ਪ੍ਰੈਗਨੈਂਟ ਹੋ ਜਾਂਦੇ ਹੋ। ਬਟ ਇਫ ਯੋਰ ਸਾਈਕਲਸ ਆਰ ਇਰਰੈਗੂਲਰ, ਦੈਟ ਦ ਡਿਊਰੇਸ਼ਨ ਇਜ਼ ਨਾਟ ਫਿਕਸਡ, ਤਾਂ ਤੁਸੀਂ ਇਹ ਪ੍ਰੋਬਲਮ ਫੇਸ ਕਰਦੇ ਹੋ। ਵਾਈ? ਬਿਕੋਜ਼ ਤੁਹਾਡਾ ਫਰਟਾਈਲ ਪੀਰੀਅਡ ਤੁਸੀਂ ਆਪ ਵੀ ਨਹੀਂ ਜਾਣਦੇ, ਐਂਡ ਜੇ ਨੈਚੁਰਲੀ ਤੁਸੀਂ ਟਰਾਈ ਕਰਦੇ ਹੋ, ਯੂ ਆਰ ਨਾਟ ਅਵੇਅਰ ਆਫ ਵਾਟ ਇਜ਼ ਹੈਪਨਿੰਗ ਇਨ ਯੋਰ ਬੋਡੀ। ਬਟ ਐਨੀ ਸਾਈਕਲ ਲੈਂਥ ਰੈਗੂਲਰਲੀ ਬਿਟਵੀਨ 25 to 40 days is considered normal. ਇਸ ਦੇ ਨਾਲ ਹੀ ਜੁੜਿਆ ਹੋਇਆ ਸਵਾਲ ਹੈ, ਜੋ ਲੇਡੀਜ਼ PCOD ਜਾਂ PCOS ਦੀ ਜਿਨ੍ਹਾਂ ਨੂੰ ਪ੍ਰੋਬਲਮ ਹੁੰਦੀ ਹੈ, ਉਹਨਾਂ ਨੂੰ ਕਨਸੀਵ ਕਰਨ ਦੇ ਟਾਈਮ ਕਿੰਨੀ ਕੁ ਪ੍ਰੋਬਲਮ ਆਉਂਦੀ ਹੈ? The basic problem in PCOD is ਕਿ ਤੁਹਾਡੇ eggs develop ਨਹੀਂ ਹੋ ਪਾਉਂਦੇ। The quality of eggs also might not be good because there is hormonal imbalance. So you need basic things, ਜਿਹੜੇ ਇੱਕ egg ਚਾਹੀਦਾ, ਇੱਕ sperm ਚਾਹੀਦਾ। If egg is unavailable, that is definitely going to be a problem. So this is the most important thing in PCOD patients. This is something called as anovulatory periods. As in periods ਦੇ ਅੰਦਰ your cycle ਦੇ ਅੰਦਰ egg ਹੀ ਨਹੀਂ develop ਹੁੰਦਾ. So this is the first level of problem that they encounter. Second, regularity, like we mentioned. Many girls, females don't get periods for even 3 months without taking any type of treatment or tablet. So a most basic. And ਜੇ ਉਹਨਾਂ ਨੂੰ periods ਆ ਵੀ ਜਾਣ, ਕਈ ਵਾਰੀ the quality of eggs or the hormonal balance in the body is not good. But we also have people ਜਿਹੜੇ ਥੋੜੇ overweight ਵੀ ਹੁੰਦੇ ਨੇ, ਜਿਨ੍ਹਾਂ ਨੂੰ ਥੋੜੀ ਬਹੁਤ ਪ੍ਰੋਬਲਮ ਹੁੰਦੀ, ਬਟ ਲੱਕ ਕਹਿ ਲਓ ਜਾਂ whatever, they do conceive, but the rule is that ਉਹਨਾਂ ਨੂੰ ਦਿੱਕਤ ਆਂਦੀ ਹੀ ਹੈ। ਤੇ ਜਿਹੜੇ PCOD ਦੇ ਪੇਸ਼ੈਂਟਸ ਹੁੰਦੇ ਨੇ, ਉਹਨਾਂ ਨੂੰ ਜਿਹੜਾ ਕਿ ਕਿਸ ਸਮੇਂ ਤੇ ਜਾ ਕੇ ਆਪਣੇ ਗਾਇਨੋਕੋਲੋਜਿਸਟ ਦੇ ਕੋਲ ਪਹੁੰਚਣਾ ਚਾਹੀਦਾ, ਗੱਲਬਾਤ ਕਰਨੀ ਚਾਹੀਦੀ ਹੈ? ਕਿਉਂਕਿ ਕਾਫੀ ਸਾਰੇ ਲੋਕ ਇਸ ਨੂੰ ਅਵੋਇਡ ਕਰ ਦਿੰਦੇ ਨੇ ਵੀ ਮੈਨੂੰ ਪੀਰੀਅਡਸ ਆ ਤਾਂ ਰਹੇ ਨੇ, ਕੋਈ ਗੱਲ ਨਹੀਂ, ਲੇਟ ਆ, ਉਹਨਾਂ ਦਾ ਫਲੋ ਘੱਟ ਆ, ਪਰ ਆ ਤਾਂ ਰਹੇ ਨੇ। ਕਿਹੜਾ ਟਾਈਮ ਅਜਿਹਾ ਹੁੰਦਾ ਹੈ ਕਿ ਜਦੋਂ ਸਾਨੂੰ ਜਾ ਕੇ ਗੱਲ ਕਰਨ ਦੀ ਜ਼ਰੂਰਤ ਹੈ? ਅੱਜ ਕੱਲ੍ਹ ਵੈਸੇ in my experience, females are coming early because ਅੱਜ ਕੱਲ੍ਹ ਤੇ ਮਤਲਬ I see patients
16-year-old ਕੁੜੀਆਂ for example, lately I think I even saw 13-year-old girl ਜਿਹਨੂੰ PCOD ਦੀ problem ਹੈ, she's just attained menarche, ਅਜੇ ਤੇ period ਸ਼ੁਰੂ ਹੀ ਹੋਏ ਨੇ, and she has these features when she's diagnosed as PCOD. So if you know from your early years, ਤੁਹਾਨੂੰ ਪਹਿਲੇ ਤੋਂ ਹੀ ਪਤਾ ਹੈ ਕਿ ਤੁਹਾਨੂੰ PCOD ਹੈ, ਤੁਸੀਂ ਉਹਨੂੰ correct ਵੀ ਕਰ ਲਿਆ, ਚਲੋ correction, the most important way is lifestyle modification. There are two types of PCOD. One is the thin PCOD and one is the obese PCOD. Thin PCOD is difficult to treat. We call it lean PCOD because there the basic defect is hormonal imbalance. In obese variety of PCOD, weight gain has caused all the imbalance. ਤੁਸੀਂ ਜੇ weight ਆਪਣਾ normal ਕਰੋਗੇ, BMI ਦੇ ਅੰਦਰ ਆ ਜਾਏਗਾ, your problems will be solved. So if you are aware that you have been diagnosed with PCOD once in your lifetime, it is important to remember ਇਹ ਰਹੇਗੀ ਤੁਹਾਡੇ ਨਾਲ. It is not going to go away. It can only be suppressed, maintained, or it gets aggravated depending on stress, eating problems, sleep disorders, any kind of stress, or weight gain and diet. ਟੈਨਸ਼ਨ, ਡਿਪਰੈਸ਼ਨ, ਸਟ੍ਰੈਸ ਸਾਡੇ ਪੀਰੀਅਡਸ ਨੂੰ ਇਫੈਕਟ ਕਰਦਾ ਹੈ? The most common reason for missing periods is stress. Stress can be physical, mental, emotional. For example, college going girls, sleep pattern disturbed hai, diet disturbed hai, वैसे ही tension है, so they miss periods for 2 to 3 months. Most common reason for missing periods is any kind of alteration in your normal lifestyle. ਇਹ ਤਾਂ ਮੈਮ ਅਸੀਂ ਪ੍ਰੋਬਲਮਸ ਨੂੰ ਲੈ ਕੇ ਗੱਲ ਕਰ ਲਈਆਂ, ਬਟ ਅਸੀਂ ਇਹਨੂੰ ਕਿਉਰ ਕਿਵੇਂ ਕਰ ਸਕਦੇ ਹਾਂ? ਕਿਹੜਾ ਡਾਈਟ ਚਾਰਟ ਸਾਨੂੰ ਫੋਲੋ ਕਰਨਾ ਚਾਹੀਦਾ, ਕਿਹੜਾ ਡਾਈਟ ਪਲਾਨ ਸਾਨੂੰ ਫੋਲੋ ਕਰਨਾ ਚਾਹੀਦਾ ਕਿ ਜਿਸ ਤੋਂ ਸਾਨੂੰ ਇਹ ਪ੍ਰੋਬਲਮ ਹੀ ਨਾ ਆਵੇ? ਤੇ ਜਿੱਦਾਂ ਮੈਂ ਪਹਿਲੇ ਵੀ ਤੁਹਾਨੂੰ ਕਿਹਾ that lifestyle is PCOD is a lifestyle disorder. Basic mechanism is insulin resistance. Now we can compare this to diabetes. Why? Because insulin ਤੁਹਾਡੀ ਬੋਡੀ 'ਚ ਹੈ, ਗਲੂਕੋਜ਼ ਤੁਸੀਂ ਬਾਹਰੋਂ ਲੈਂਦੇ ਹੋ, ਇਨਸੂਲਿਨ ਦਾ ਕੰਮ ਹੈ ਗਲੂਕੋਜ਼ ਨੂੰ ਡਾਈਜੈਸਟ ਕਰਨਾ, ਉਹਨੂੰ ਯੂਜ਼ ਕਰਨਾ, ਬਟ ਇਨਸੂਲਿਨ ਰੈਜ਼ਿਸਟੈਂਸ ਦਾ ਮਤਲਬ ਹੈ ਦੈਟ ਇਨਸੂਲਿਨ ਜਾਂ ਤੇ ਬਣ ਘੱਟ ਰਹੀ ਹੈ, ਦੈਟ ਹੈਪਨਸ ਇਨ ਡਾਇਬਟੀਜ਼, ਔਰ ਕਈ ਵਾਰੀ ਇਨਸੂਲਿਨ ਹੈ ਲੇਕਿਨ ਉਹ ਆਪਣਾ ਕੰਮ ਕਰ ਨਹੀਂ ਪਾ ਰਹੀ, ਸੋ ਹਾਈ ਸ਼ੂਗਰ ਲੈਵਲਸ ਕ੍ਰੀਏਟ ਅਸੀਂ ਇਸਨੂੰ ਇਨਫਲੇਮੇਸ਼ਨ ਜਾਂ ਕਰੋਨਿਕ ਇਨਫਲੇਮੇਸ਼ਨ ਕਹਿੰਦੇ ਹਾਂ, ਵਿਚ ਇਜ਼ ਦੈਨ ਗੋਇੰਗ ਟੂ ਹੈਵ ਦ ਸਾਈਡ ਇਫੈਕਟ. ਸੋ ਮੋਸਟ ਇੰਪੋਰਟੈਂਟ ਜਿੱਦਾਂ ਤੁਸੀਂ ਪੁੱਛਿਆ ਕਿ ਕਰੈਕਸ਼ਨ ਕਿੱਦਾਂ ਕਰੀਏ, ਸੋ ਡਾਇਟ ਇਜ਼ ਅ ਕਾਰਬੋਹਾਈਡਰੇਟ ਰਿਸਟ੍ਰਿਕਟਿਡ ਡਾਇਟ. I will not say deficient diet because like we are discussing, majority of the time ਇਹ ਜਿਹੜੇ patients ਹਨ they are young people. ਤੁਸੀਂ ਉਹਨਾਂ ਨੂੰ ਇਹ ਨਹੀਂ ਕਹਿ ਸਕਦੇ ਤੁਸੀਂ ਖਾਣਾ ਬੰਦ ਕਰ ਦਿਓ, ਇਹ ਬੰਦ ਕਰ ਦਿਓ, ਬਟ ਤੁਸੀਂ ਇਹ ਸਮਝਣਾ ਜ਼ਰੂਰੀ ਹੈ ਤੁਹਾਨੂੰ ਕਿ ਕਾਰਬੋਹਾਈਡਰੇਟਸ ਦੀ ਤੁਹਾਡੀ ਕੁਆਂਟੀਟੀ ਘੱਟ ਚਾਹੀਦੀ ਹੈ. ਆਲ ਦ ਮੋਰ ਵੀ ਕੈਨੋਟ ਸੇ ਦੈਟ ਡੋਂਟ ਟੇਕ ਕਾਰਬੋਹਾਈਡਰੇਟਸ ਬਿਕਾਜ਼ ਬ੍ਰੇਨ ਦਾ ਫਿਊਲ ਇਜ਼ ਗਲੂਕੋਜ਼, ਸੋ ਯੂ ਨੀਡ ਕਾਰਬੋਹਾਈਡਰੇਟਸ ਇਨ ਯੋਰ ਡਾਇਟ, but it needs to be restricted. Calorie deficient ਹੋਣਾ ਚਾਹੀਦਾ, not completely, calorie restricted ਹੋਣਾ ਚਾਹੀਦਾ, not deficient. What should be more is protein and fiber. So that is how you have to balance your diet. ਹੁਣ ਇਹ ਦੱਸੋ ਵੀ ਦਿਸ ਇਜ਼ ਮਿਥ ਔਰ ਟਰੁੱਥ ਕਿ ਜਦੋਂ ਸਾਨੂੰ ਕਿਹਾ ਜਾਂਦਾ ਹੈ ਕਿ ਤੁਹਾਨੂੰ ਪੀਰੀਅਡਸ, ਹੁਣ ਤੱਕ ਖੈਰ ਨਹੀਂ ਕਿਹਾ ਜਾਂਦਾ ਬਟ ਸਾਡੇ ਮਦਰਸ ਦੇ ਵੱਲੋਂ ਕਿਹਾ ਜਾਂਦਾ ਤੁਹਾਨੂੰ ਪੀਰੀਅਡਸ ਆਇਆ ਤਾਂ ਤੁਸੀਂ ਅਚਾਰ ਨਹੀਂ ਖਾਣਾ, ਤੁਸੀਂ ਦਹੀਂ ਨਹੀਂ ਖਾਣਾ, ਤੁਸੀਂ ਲੱਸੀ ਨਹੀਂ ਪੀਣੀ, ਤੇ ਇਹ ਮਤਲਬ ਇਹ ਕੁਝ ਕਾਫੀ ਸਾਰੀ ਚੀਜ਼ਾਂ ਇਹੋ ਜਿਹੀਆਂ ਨੇ ਜਿਹੜੀਆਂ ਉਹ ਸਾਨੂੰ ਦੱਸਦੇ ਨੇ ਕਿ ਤੁਸੀਂ ਖਾਣੀਆਂ ਵੀ ਨਹੀਂ ਤੇ ਟੱਚ ਵੀ ਨਹੀਂ ਕਰਨੀਆਂ, ਤੇ ਇਹ ਚੀਜ਼ਾਂ ਦੇ ਉੱਤੇ ਕੀ ਕਹਿਣਾ ਚਾਹੁੰਦੇ? ਦੇਖੋ ਜਿਹੜੇ ਇਹ ਸਾਡੇ ਅਚਾਰ ਔਰ ਕਈ ਵਾਰੀ ਨਾ ਕਈ ਪੀਪਲ ਦੇ ਡੋਂਟ ਲੈਟ ਯੂ ਗੋ ਨੀਅਰ ਯੋਰ ਸਟੋਰੇਜ ਸਟਫ ਕਿ ਤੁਹਾਡਾ ਰਾਸ਼ਨ ਖਰਾਬ ਹੋ ਜਾਏਗਾ, ਉੱਲੀ ਲੱਗ ਜਾਏਗੀ. ਵੈਸੇ ਦੇਰ ਇਜ਼ ਨਥਿੰਗ ਦੈਟ ਇਜ਼ ਇੰਪਿਓਰ ਅਬਾਊਟ ਪੀਰੀਅਡ ਬਲੱਡ. ਜੇ ਨਹੀਂ ਇੰਪਿਓਰ ਹੁੰਦਾ ਹਾਊ ਵੁੱਡ ਲਾਈਫ ਕਮ ਇਨ ਟੂ ਐਗਜ਼ਿਸਟੈਂਸ? What is period? Period is that the lining of the uterus ਹਰ ਮਹੀਨੇ ਲਾਈਨਿੰਗ ਡਿਵੈਲਪ ਹੁੰਦੀ ਹੈ ਇਨ ਪ੍ਰੈਪਰੇਸ਼ਨ ਕਿ ਇਹਦੇ 'ਚ ਪ੍ਰੈਗਨੈਂਸੀ ਆ ਕੇ ਠਹਿਰੇਗੀ ਔਰ ਅੱਗੇ ਵਧੇਗੀ. ਜੇ ਇੰਨਾ ਹੀ ਇੰਪਿਓਰ ਹੁੰਦਾ ਤੇ ਵਟ ਕੀ ਗੱਲ ਕੀ ਸੀ? ਬਟ ਜਿਹੜੀ ਇਹ ਪੁਰਾਣੀ ਗੱਲ ਬਣੀ ਹੋਈ ਹੈ ਦੈਟ ਯੂ ਨੀਡ ਟੂ ਰੈਸਟ ਔਰ ਯੂ ਨੀਡ ਨਾਟ ਗੋ ਨੀਅਰ ਯੋਰ ਡੂ ਯੋਰ ਹਾਊਸ ਹੋਲਡ ਵਰਕ. ਦ ਬੇਸਿਕ ਪ੍ਰਿੰਸੀਪਲ ਬਿਹਾਈਂਡ ਦਿਸ ਵਾਜ਼ ਅਸੀਂ ਸਿਰਫ ਪੀਰੀਅਡ ਨੂੰ ਦੇਖਦੇ ਹਾਂ ਜਾਂ ਸੋਸਾਇਟੀ ਸਿਰਫ ਦੇਖਦੀ ਹੈ ਕਿ ਕੁੜੀ ਨੂੰ ਪੀਰੀਅਡ ਆਇਆ. ਦੇ ਡੋਂਟ ਸੀ ਦ ਚੇਂਜਸ ਵਿਚ ਹੈਪਨ ਇਨ ਦ ਫੀਮੇਲਸ ਬੋਡੀ ਡਿਊਰਿੰਗ that time. So the basic process or principle is not that this is a taboo. It was to give your body rest during that time, because if we just don't discuss PCOD, we have a lot of people जिन्हां ਨੂੰ pain ਵੀ ਬਹੁਤ ਹੁੰਦਾ ਹੈ ਨਾ. Pain ਵੀ ਕੋਈ ਬਿਮਾਰੀ ਨਹੀਂ, ਉਹਦਾ ਇੱਕ process ਹੈ that pain is associated with periods due to different reasons. So patient ਨੂੰ ਜਾਂ ਇਨਸਾਨ ਨੂੰ ਆਰਾਮ ਦੇਣ ਦੇ ਤੌਰ ਤੇ ਉਹ ਕਿਹਾ ਜਾਂਦਾ ਹੈ. ਰਹੀ ਗੱਲ ਖਾਣ ਪੀਣ ਦੀ, ਕਈ ਵਾਰੀ ਗਰਲਸ ਨੂੰ with periods bloating ਹੁੰਦੀ ਹੈ, ਕਿਸੇ ਨੂੰ ਵੋਮਿਟਿੰਗ ਔਰ ਲੂਜ਼ ਮੋਸ਼ਨਸ ਵੀ ਹੁੰਦੇ ਨੇ. ਸੋ ਇਫ ਯੂ ਅਡੋਪਟ ਅ ਸਰਟਨ ਕਾਈਂਡ ਆਫ ਡਾਇਟ ਜਿਹੜਾ ਤੁਹਾਡੇ ਸਿੰਪਟਮਸ ਨੂੰ ਬੈਟਰ ਕਰੇ, ਦੈਟ ਇਜ਼ ਹੈਲਪਫੁਲ. ਫੋਰ ਐਗਜ਼ਾਮਪਲ ਲੋਕ ਸੋਚਦੇ ਨੇ ਕਿ ਅਸੀਂ ਬਹੁਤ ਜ਼ਿਆਦਾ ਮਿੱਠੀਆਂ ਚੀਜ਼, ਲਾਈਕ ਅੱਜ ਕੱਲ੍ਹ ਦਾ ਮਾਈਂਡ ਸੈਟ ਗਰਲਸ ਦਾ ਕੀ ਹੁੰਦਾ ਹੈ ਕਿ ਸਟ੍ਰੈਸ ਹੋ ਜਾਏ ਤਾਂ ਅਸੀਂ ਚਿਪਸ ਖਾ ਲਈਏ, ਕੋਲਡ ਡਰਿੰਕ ਪੀ ਲਈਏ, ਆਈਸ ਕ੍ਰੀਮ ਖਾ ਲਈਏ. ਸੋ
ਕਾਰਬੋਹਾਈਡਰੇਟ ਅਗੇਨ ਤੁਸੀਂ ਜਿੰਨਾ ਸ਼ੂਗਰੀ ਪ੍ਰੋਡਕਟ ਲਓਗੇ ਤੁਹਾਨੂੰ ਬਲੋਟਿੰਗ ਹੋਏਗੀ, ਤੁਸੀਂ ਬਹੁਤ ਜ਼ਿਆਦਾ ਸਾਲਟੀ ਪ੍ਰੋਡਕਟਸ ਲਓਗੇ ਤਾਂ ਵੀ ਤੁਹਾਨੂੰ ਵਾਟਰ ਐਂਡ ਫਲੂਇਡ ਰਿਟੈਂਸ਼ਨ ਹੋਏਗੀ। ਕਾਫੀ ਕੈਫੀਨੇਟਡ ਪ੍ਰੋਡਕਟਸ ਇਹ ਤੁਸੀਂ ਨਹੀਂ ਲੈਣੇ, ਤੁਸੀਂ ਹਲਕੀ ਡਾਇਟ ਲੈਣੀ ਹੈ। ਫੋਰ ਐਗਜ਼ਾਮਪਲ ਤੁਸੀਂ ਜਿੰਜਰ ਅਦਰਕ ਦਾ ਕਾੜਾ ਬਣਾ ਸਕਦੇ ਹੋ, ਹੈ ਨਾ, ਤੁਸੀਂ ਗ੍ਰੀਨ ਟੀ ਲੈ ਸਕਦੇ ਹੋ। ਦਹੀਂ ਲੱਸੀ ਦਾ ਦੇਖੋ ਕਈ ਵਾਰੀ ਹੁੰਦੇ ਠੰਡੀਆਂ ਚੀਜ਼ਾਂ ਕੋਈ ਕਹਿੰਦੇ ਨਹੀਂ ਖਾਣੀਆਂ ਕੋਈ ਖਾਣੀਆਂ, ਬਟ ਓਵਰਆਲ ਇੱਕ ਵੈਸੇ ਦਹੀਂ ਇਜ਼ ਅ ਪ੍ਰੋਬਾਇਓਟਿਕ, ਇਟ ਏਡਸ ਯੋਰ ਡਾਈਜੈਸ਼ਨ। ਸੋ ਅਚਾਰ ਇਹ ਕੁਛ ਮਿਥਸ ਚੱਲਦੀਆਂ ਹਨ, ਬਟ ਕੋਈ ਵੀ ਤੁਸੀਂ ਜ਼ਿਆਦਾ ਮਸਾਲੇ ਵਾਲਾ ਤੇਲ ਵਾਲਾ ਇਹ ਜਿਹੀ ਚੀਜ਼ ਖਾਓਗੇ ਯੋਰ ਬੋਡੀ ਵਿਲ ਨਾਟ ਰੀਅਲੀ ਡਾਈਜੈਸਟ ਇਟ, ਬਿਕੋਜ਼ ਬਲੋਟਿੰਗ ਹਾਰਮੋਨਲ ਚੇਂਜਸ ਨਾਲ ਡਿਫਿਕਲਟੀ ਹੁੰਦੀ ਹੈ। ਚਾਕਲੇਟਸ ਕਾਫੀ ਸਾਰੀ ਗਰਲਸ ਨੇ ਜਿਹੜੀਆਂ ਚਾਕਲੇਟਸ ਖਾਂਦੀਆਂ ਨੇ ਵੀ ਮੈਨੂੰ ਬਹੁਤ ਜ਼ਿਆਦਾ ਹਾਈ ਪੇਨ ਆ ਤੇ ਇਸ ਕਰਕੇ ਮੈਂ ਚਾਕਲੇਟ ਖਾਊਂਗੀ, ਮੇਰੀ ਜਿਹੜੀ ਪੇਨ ਆ ਉਹ ਠੀਕ ਹੋ ਜਾਊਗੀ। ਉਹੀ ਮੈਂ ਕਹਿ ਰਹੀ ਹਾਂ, ਵੀ ਆਰ ਨਾਟ ਸਪੋਜ਼ ਟੂ ਬੀ ਹੈਵਿੰਗ ਅ ਲੋਟ ਆਫ ਥੀਸ ਸ਼ੂਗਰੀ ਐਂਡ ਸਾਲਟੀ ਪ੍ਰੋਡਕਟਸ। ਕਈ ਲੋਕ ਡਾਰਕ ਚਾਕਲੇਟ ਖਾਣਾ ਪਸੰਦ ਕਰਦੇ ਨੇ, ਬਟ ਓਵਰਆਲ ਜੇ ਤੁਸੀਂ ਸੋਚੋਗੇ ਕਿ ਸਪਲੀਮੈਂਟ ਹੀ ਹੋ ਜਾਏਗਾ, ਇਟਸ ਨਾਟ ਲਾਈਕ ਦੈਟ, ਯੂ ਨੀਡ ਟੂ ਹੈਵ ਨੋਰਮਲ ਫੂਡ। ਇੱਕ ਹੋਰ ਚੀਜ਼ ਹੈ ਕਿ ਕਈ ਵਾਰੀ ਗਰਲਸ ਸੋਚਦੀਆਂ ਨੇ ਕਿ ਐਕਟੀਵਿਟੀ ਵੀ ਨਹੀਂ ਕਰਨੀ, ਈਵਨ ਦੈਟ ਇਜ਼ ਰੋਂਗ। ਜੋ ਤੁਸੀਂ ਨੋਰਮਲ ਐਕਟੀਵਿਟੀ ਕਰ ਸਕਦੇ ਹੋ, ਲਾਈਫ ਡੇਲੀ ਤੁਹਾਡੀ ਰੂਟੀਨ ਹੈ ਉਹ ਤੁਸੀਂ ਕਰਨੀ ਹੈ। ਯੂ ਐਕਸਰਸਾਈਜ਼ ਦੀ ਜਿਸ ਤਰ੍ਹਾਂ ਗੱਲ ਹੈ, ਐਕਸਰਸਾਈਜ਼ ਤੁਸੀਂ ਕਰ ਸਕਦੇ ਹੋ। ਹਾਂ, ਕਿਸੇ ਨੂੰ ਪੇਨ ਹੀ ਇੰਨਾ ਜ਼ਿਆਦਾ ਹੁੰਦਾ ਹੈ ਕਿ ਬੰਦਾ ਪਲੰਗ ਤੋਂ ਵੀ ਨਹੀਂ ਉੱਠ ਪਾ ਰਿਹਾ, ਜੇ ਤੁਸੀਂ ਰੈਗੂਲਰ ਐਕਸਰਸਾਈਜ਼ ਕਰੋਗੇ ਯੂ ਵਿਲ ਨੋਟਿਸ ਅ ਚੇਂਜ ਇਨ ਦੈਟ ਆਲਸੋ। ਫੋਰ ਐਗਜ਼ਾਮਪਲ ਪੇਨ ਵਾਸਤੇ ਵੀ ਅਸੀਂ ਕਹਿੰਦੇ ਹਾਂ ਕਿ ਐਂਟੀ ਇਨਫਲੇਮੇਟਰੀ, ਜਿੱਦਾਂ ਹਲਦੀ ਹੋ ਗਈ। ਹੁਣ ਅਸੀਂ ਇੰਡੀਅਨ ਡਾਇਟ ਵਿੱਚ ਤਾਂ ਹਲਦੀ ਯੂਜ਼ ਕਰਦੇ ਹੀ ਕਰਦੇ ਹਾਂ, ਬਟ ਜੇ ਤੁਸੀਂ ਰੈਗੂਲਰਲੀ ਅ ਪਿੰਚ ਆਫ ਟਰਮਰਿਕ ਤੁਸੀਂ ਕੋਸੇ ਪਾਣੀ ਜਾਂ ਮਿਲਕ 'ਚ ਪਾ ਕੇ ਲਓ। ਅਦਰਕ ਤੁਸੀਂ ਆਪਣੀ ਡਾਇਟ ਵਿੱਚ ਯੂਜ਼ ਕਰ ਸਕਦੇ ਹੋ, ਉਹਨਾਂ ਦਿਨਾਂ 'ਚ ਵੀ ਤੁਸੀਂ ਕਾੜਾ ਬਣਾ ਲਓ, ਚਾਹ 'ਚ ਪਾ ਲਓ ਜਾਂ ਕੁਝ। these things help you, and ਅਗਰ ਤੁਸੀਂ regular exercise ਵੀ ਕਰਦੇ ਹੋ you will notice that your pain pattern also reduces. Certain types of exercises and yoga asanas, they help to reduce the pain and normalize your flow in period, so you should continue them. ਜਿਨ੍ਹਾਂ ਨੂੰ ਬਹੁਤ ਜ਼ਿਆਦਾ ਐਕਸਟ੍ਰੀਮ ਪੇਨ ਹੁੰਦਾ ਹੈ ਉਹਦਾ ਕੀ ਰੀਜ਼ਨ ਹੁੰਦਾ ਹੈ, ਉਹਨਾਂ ਨੂੰ ਇੰਨਾ ਜ਼ਿਆਦਾ ਪੇਨ ਕਿਉਂ ਹੁੰਦਾ ਹੈ? ਤੇ ਕਈ ਇਹੋ ਜਿਹੇ ਹੁੰਦੇ ਨੇ ਕਿ ਜਿਨ੍ਹਾਂ ਨੂੰ ਪਤਾ ਵੀ ਨਹੀਂ ਲੱਗਦਾ ਪੀਰੀਅਡਸ ਕਦੋਂ ਆਏ ਤੇ ਕਦੋਂ ਚੱਲ ਗਏ। ਮੈਮ ਜਿਹੜਾ ਪੀਰੀਅਡ ਸਟਾਰਟ ਕਰਨ ਦਾ ਮੈਕੈਨਿਜ਼ਮ ਹੈ ਬੋਡੀ ਦਾ, ਸਾਡੇ ਕੈਮੀਕਲ ਮੀਡੀਏਟਰਸ ਹੁੰਦੇ ਨੇ ਪ੍ਰੋਸਟਾਗਲੈਂਡਿਨਸ, ਉਹ ਪੇਨ ਵੀ ਇੰਡਿਊਸ ਕਰਦੇ ਨੇ ਬੋਡੀ 'ਚ ਔਰ ਉਹ ਬਲੀਡਿੰਗ ਵੀ ਕਰਦੇ ਨੇ। ਸੋ ਉਸ ਕਰਕੇ ਕਿਸੇ ਦੀ ਸੈਂਸਿਟਿਵਿਟੀ ਜ਼ਿਆਦਾ ਹੁੰਦੀ ਹੈ। ਦੂਜੀ ਚੀਜ਼, ਕਈ ਵਾਰੀ ਇਟ ਇਜ਼ ਸੀਨ ਕਿ ਜਿਹੜੀਆਂ ਗਰਲਸ ਹੁੰਦੀਆਂ ਦੇ ਐਕਸਪੀਰੀਅੰਸ ਮੋਰ ਪੇਨ, ਬਟ ਵਨਸ ਦੇ ਹੈਵ ਹੈਡ ਅ ਡਿਲੀਵਰੀ ਥੋੜ੍ਹਾ ਯੂਟਰਸ ਦਾ ਮਾਊਥ ਜਿਹਨੂੰ ਅਸੀਂ ਸਰਵਿਕਸ ਕਹਿੰਦੇ ਹਾਂ ਉਹ ਲੂਜ਼ਨ ਹੋ ਜਾਂਦਾ ਅਤੇ ਉਹਦੇ ਬਾਅਦ ਉਹਨਾਂ ਦਾ ਪੇਨ ਘੱਟ ਜਾਂਦਾ ਹੈ। ਅਗੇਨ ਇਹ ਵੀ ਦੇਖਿਆ ਗਿਆ ਦੈਟ ਡਿਸਮੈਨੋਰੀਆ ਰਨਸ ਇਨ ਫੈਮਲੀਜ਼। ਸਮਟਾਈਮਸ अर्ਲੀ ਕਿਸੇ ਨੂੰ ਪੇਨ ਨਹੀਂ ਹੁੰਦਾ ਹੈ, ਲੇਕਿਨ ਕੋਈ ਕੰਡੀਸ਼ਨਸ ਹੋ ਜਾਣ, ਜਿਸ ਤਰ੍ਹਾਂ ਕਿਸੇ ਦੀ ਸਿਸਟ ਹੋ ਜਾਏ, ਕੋਈ ਸਰਜਰੀ ਹੋ ਜਾਏ, ਐਂਡੋਮੈਟਰੀਓਸਿਸ ਇੱਕ ਕੰਡੀਸ਼ਨ ਹੈ, ਉਹਦੇ ਕਰਕੇ ਹੋ ਸਕਦਾ ਸਟਾਰਟਿੰਗ ਵਿੱਚ ਪੇਨ ਨਾ ਹੋਏ ਲੇਕਿਨ ਅੱਗੇ ਚੱਲ ਕੇ ਹੋਏ। ਲੇਕਿਨ ਇਹ ਚੀਜ਼ ਸਮਝਣਾ ਜ਼ਰੂਰੀ ਹੈ ਕਿ ਪੇਨ ਨੂੰ ਸਹਿਨ ਕਰਨਾ ਜ਼ਰੂਰੀ ਨਹੀਂ ਹੈ। ਦੇਰ ਇਜ਼ ਅ ਲੋਟ ਆਫ ਹੈਲਪ ਦੈਟ ਯੂ ਕੈਨ ਟੇਕ। ਮੈਡੀਸਿਨ ਲੈ ਸਕਦੇ ਹਾਂ ਮੈਮ, ਬਟ ਕਿਹਾ ਜਾਂਦਾ ਹੈ ਕਿ ਮੈਡੀਸਿਨ ਸਾਨੂੰ ਨਹੀਂ ਲੈਣੀ ਚਾਹੀਦੀ ਕਿਉਂਕਿ ਐਟ ਦ ਟਾਈਮ ਆਫ ਡਿਲੀਵਰੀ ਜਦੋਂ ਅਸੀਂ ਕਨਸੀਵ ਕਰਾਂਗੇ ਉਸ ਟਾਈਮ ਦੇ ਉੱਤੇ ਮੈਡੀਸਿਨ ਸਾਡੀ ਬੋਡੀ ਨੂੰ ਇਫੈਕਟ ਕਰ ਰਹੀ ਹੈ ਅੰਦਰੋਂ। ਦੇਖੋ, ਬੋਲਣ ਨੂੰ ਤਾਂ ਅਸੀਂ ਬਹੁਤ ਕੁਝ ਬੋਲ ਸਕਦੇ ਹਾਂ, ਸਮਝ ਸਕਦੇ ਹਾਂ, ਬਟ ਦੇਰ ਇਜ਼ ਅ ਸਾਇੰਟੀਫਿਕ ਰੀਜ਼ਨ ਫॉर ਐਵਰੀਥਿੰਗ। ਦੇਰ ਆਰ ਜੋ ਵੀ ਅਸੀਂ ਮੈਡੀਸਿਨਸ ਪ੍ਰਿਸਕ੍ਰਾਈਬ ਕਰਦੇ ਹਾਂ ਜਾਂ ਕੋਈ ਮਾਰਕੀਟ ਵਿੱਚ ਨਇਆ ਡਰਗ ਆਉਂਦਾ ਹੈ, ਇਟ ਇਜ਼ ਆਫਟਰ ਅ ਲੋਟ ਆਫ ਰਿਸਰਚ। ਇਹ ਨਹੀਂ ਹੈ ਕਿ ਕਿਸੇ ਨੇ ਬਣਾਇਆ ਤੇ ਲਾ ਕੇ ਰੱਖਤਾ ਕਿ ਤੁਸੀਂ ਖਾ ਲਓ, ਇਟਸ ਨਾਟ ਲਾਈਕ ਦੈਟ। ਬਟ ਦਿਸ ਕੰਸੈਪਸ਼ਨ ਇਜ਼ ਦੇਅਰ ਇਨ ਪੀਪਲਜ਼ ਮਾਈਂਡ ਦੈਟ ਯੈਸ ਤੁਸੀਂ ਦਵਾਈ ਖਾਓਗੇ ਤੇ ਤੁਸੀਂ ਬਲੀਡਿੰਗ ਬੰਦ ਹੋ ਜਾਏਗੀ, ਤੁਸੀਂ ਪ੍ਰੈਗਨੈਂਟ ਨਹੀਂ ਹੋ ਸਕੋਗੇ। ਇਟਸ ਨਾਟ ਲਾਈਕ ਦੈਟ। ਸਪੈਸੀਫਿਕ ਮੈਡੀਸਿਨਸ ਹੁੰਦੀਆਂ ਜਿਹੜੀ ਸਿਰਫ ਪੀਰੀਅਡ ਪੇਨ ਨੂੰ ਹੀ ਟਰੀਟ ਕਰਦੀਆਂ। ਸਮ ਪੀਪਲ ਹੈਵ ਐਕਸੈਸਿਵ ਬਲੀਡਿੰਗ, ਉਹਨਾਂ ਨੂੰ ਅਸੀਂ ਮੈਡੀਸਿਨਸ ਕੰਬਾਈਨ ਕਰਕੇ ਦਿੰਦੇ ਹਾਂ ਜਿਹਦੇ ਨਾਲ ਬਲੀਡਿੰਗ ਵੀ ਘੱਟ ਜਾਏ ਅਤੇ ਪੇਨ ਵੀ ਰਿਡਿਊਸ ਹੋ ਜਾਏ। ਨੋਬਡੀ ਇਜ਼ ਗੋਇੰਗ ਟੂ ਗਿਵ ਯੂ ਅ ਟਰੋਫੀ ਫॉर ਐਕਸੈਪਟਿੰਗ ਐਂਡ ਟੋਲਰੇਟਿੰਗ ਦੈਟ ਪੇਨ। ਆਲ ਦ ਮੋਰ ਜੇ ਤੁਹਾਡੀ ਕੁਆਲਿਟੀ ਆਫ ਲਾਈਫ ਇਫੈਕਟ ਹੁੰਦੀ ਹੈ, ਇਟ ਮੇਕਸ ਨੋ ਸੈਂਸ। ਯੂ ਸ਼ੁੱਡ ਡੈਫੀਨੇਟਲੀ ਸੀਕ ਮੈਡੀਕਲ ਹੈਲਪ। ਲਾਸਟ ਸਵਾਲ ਮੈਮ ਤੁਹਾਨੂੰ, ਕਿ ਜਿਹੜੇ ਲੇਡੀਜ਼ PCOD PCOS ਨੂੰ ਬਹੁਤ ਲਾਈਟਲੀ ਲੈਂਦੀਆਂ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਲਾਈਟਲੀ ਲੈਣ ਦਾ ਮੇਰਾ ਅੰਡਰਸਟੈਂਡਿੰਗ ਇਹ ਦੈਟ ਦੇ ਰਿਫਿਊਜ਼ ਔਰ ਦੇ ਹੈਜ਼ੀਟੇਟ, ਔਰ ਡਾਕਟਰ ਦੇ ਕੋਲ ਜਾਣ ਵਿੱਚ ਝਿਜਕਦੀਆਂ ਹਨ। ਸੋ ਐਨੀ ਟਰੀਟਮੈਂਟ ਵਿਲ ਸਟਾਰਟ ਓਨਲੀ ਜਦ ਤੁਸੀਂ ਆਪਣੀ ਪ੍ਰੋਬਲਮ ਨੂੰ ਐਕਸੈਪਟ ਕਰੋ। ਜੇ ਤੁਸੀਂ ਡਿਨਾਈਲ ਵਿੱਚ ਰਹੋਗੇ ਨਹੀਂ ਸਾਨੂੰ ਤਾਂ ਕੋਈ ਪ੍ਰੋਬਲਮ ਹੀ ਨਹੀਂ ਹੈ, ਯੂ ਕੈਨ ਨਾਟ ਗੈਟ ਹੈਲਪ ਬਿਕੋਜ਼ ਯੂ ਡੋਂਟ ਨੀਡ ਹੈਲਪ ਅਕੋਰਡਿੰਗ ਟੂ ਯੂ। ਸੋ PCOD ਇਜ਼ a very small thing if you get the right help, and it can become a very big problem. Couples ਕਈ ਸਾਲਾਂ ਤੱਕ ਇਸ ਪ੍ਰੋਬਲਮ ਦੇ ਨਾਲ ਜੂਝਦੇ ਰਹਿੰਦੇ ਨੇ, ਕੰਸੈਪਸ਼ਨ ਨਹੀਂ ਹੁੰਦੀ, ਪ੍ਰੈਗਨੈਂਸੀ ਨਹੀਂ ਹੁੰਦੀ। ਸੋ there is nothing very small very big. Firstly ਆਪਣੀ ਪ੍ਰੋਬਲਮ ਨੂੰ accept ਕਰੋ and go through the right treatment, follow the guidelines that are there. Many people go for different types of pathies. Sometimes there are steroids given in some medicines that can also cause problem for your PCOD. ਉਹਦੇ ਨਾਲ ਤੁਹਾਡੀ ਪ੍ਰੋਬਲਮ ਹੋਰ ਵੱਧ ਜਾਂਦੀ ਹੈ। ਸੋ ਵਿਜ਼ਿਟਿੰਗ ਅ ਡਾਕਟਰ ਵਿਥ ਯੋਰ ਰਾਈਟ ਅਪਰੋਚ, ਆਪਣਾ ਮਾਈਂਡ ਸੈਟ ਰਾਈਟ ਰੱਖ ਕੇ ਤੁਸੀਂ ਜਾਓ ਐਂਡ ਯੂ ਵਿਲ ਡੈਫੀਨੇਟਲੀ ਬੈਨੀਫਿਟ ਫਰੋਮ ਦ ਟਰੀਟਮੈਂਟ।
ਬਹੁਤ ਧੰਨਵਾਦ ਮੈਮ। ਤਾਂ ਮੈਂ ਉਮੀਦ ਕਰਦੀ ਹਾਂ ਕਿ ਜਿੰਨੀ ਵੀ ਕੁੜੀਆਂ ਦੇ ਸਵਾਲ ਜੋ ਹੋਣਗੇ ਉਹਨਾਂ ਦਾ ਜਵਾਬ ਉਹਨਾਂ ਨੂੰ ਮਿਲ ਗਿਆ ਹੋਵੇਗਾ। ਤੇ ਇਸ ਸਮੇਂ ਸਾਡੇ ਨਾਲ ਡਾਕਟਰ ਬਲਵੀਨ ਕੌਰ ਗਈ ਮੌਜੂਦ ਸਨ। ਤੇ ਜੇਕਰ ਤੁਹਾਡਾ ਕੋਈ ਸਵਾਲ ਰਹਿ ਗਿਆ ਤਾਂ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਸਾਨੂੰ ਕਮੈਂਟ ਕਰਕੇ ਦੱਸਣਾ। ਤੇ ਨਵੀਆਂ ਤੇ ਤਾਜ਼ੀਆਂ ਅਪਡੇਟਸ ਦੇ ਲਈ ਜੁੜੇ ਰਹੋ ਔਨ 에ਅਰ ਦੇ ਨਾਲ। ਤੁਹਾਡੇ ਨਾਲ ਮੈਂ ਕਰੁਣਾ ਸ਼ਰਮਾ, ਕੈਮਰਾ ਪਰਸਨ ਮੋਹਨ ਦੇ ਨਾਲ।